बाबा प्रगट सिंह जी परिंगड़ी जो इस टाइम 26 नवंबर तो लंगर ਦੇ ਵਿੱਚ सेवा कर रहा है, ਉਹਨਾਂ ਕੋਲੋਂ थोड़ी जी जानकारी लैन लगे सी। वाहिगुरू जी का खालसा वाहिगुरू जी की फतेह। दास बाबा प्रगट सिंह जी परिंगड़ी किसान संघर्ष कमेटी कोट बुढ़ा जी का लांगरी सिंह ते जथेबंदी के आगू भी हाँ। तो ये जड़ा अंदोलन 25 नवंबर तो चल रहा, असी उस दिन तो आन के ते लंगर की सेवा का जड़ा वो काम संभालिया है। तो जड़ा अज 5 महीने होने वाले आ, 2-4 दिन घट आ, ते बड़ी चढ़ती कला नाल सेवा की है। आने वाले समय दे विच भी मोदी सरकार जिन्ना चिर ये काले कानून जिहड़े आ उन्हां नूं वापस नहीं लैंदी, उन्ना चिर निरंतर इस तरह ही सेवा भी चलती रहूगी ते हर कुर्बानी देण नूं तैयार। जिहड़ी मोदी सरकार नित नवीं चालां चल रही है अंदोलन नूं फेल करन वास्ते, असीं उन्हां नाल भी शांतमई रह के उहदा हर गल का जवाब देवांगे, मुकाबला करांगे। ये जिहड़ा अंदोलन आ ये जिੱਤੇ तो बगैर इत्थों असीं नहीं जावांगे, भावें साडीआं जानां लग जाण, सानूं किसी तरह की भी कुर्बानी करनी पवे, ते जिन्ना चिर इत्थे रवांगे ते लंगर की सेवा जिस तरह अगे निभाई है उस तरह निभावांगे। जो भी कुर्बानी करनी पई, ये जो नवीआं नित सानूं गिद्दड़ भमकियां मारदा डरावे दिंदा, इत्थे फौज लग जूगी, इत्थे पुलिस लग जूगी, इत्थे गोलियां मार देंगे, साडे टेंटां नूं भी इन्हां ने अग्गां भी लाइयां, बड़ा कुछ कीता। असीं जिहड़ा शांतमई ना उहनूं सारे नूं झल के इस जिहड़े अंदोलन नूं जिੱਤੇ तो बगैर वापस नहीं जावांगे। इन्नियां बेनतियां नाल वाहिगुरू जी का खालसा वाहिगुरू जी की फतेह। ਇਹ ਸਨ ਜ਼ਿਲ੍ਹਾ ਫਿਰੋਜ਼ਪੁਰ ਤੋਂ ਪਿੰਡ ਰਾਈਆਂ ਵਾਲਾ ਸੁਖਦੇਵ ਸਿੰਘ ਮੀਤ ਪ੍ਰਧਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਸਿੰਘੂ ਬਾਰਡਰ ਤੇ ਬੈਠਿਆਂ 4.5 ਮਹੀਨੇ ਤੋਂ ਉੱਪਰ ਹੋ ਗਏ ਆ, 5 ਮਹੀਨੇ ਪੂਰੇ ਹੋਣ ਵਾਲੇ ਆ। ਤੇ ਅਸੀਂ ਸਰਕਾਰ ਨੂੰ ਆਨੇ ਆ ਕਿ ਜਲਦੀ ਤੋਂ ਜਲਦੀ ਸਾਡਾ ਜਿਹੜਾ ਅੰਦੋਲਨ ਆ ਇਹਦਾ ਸਮਝੌਤਾ ਕਰਕੇ ਤੇ ਸਾਨੂੰ ਸਾਡੇ ਹੱਕ ਬਣਦੇ ਤਿੰਨੇ ਕਾਨੂੰਨ ਰੱਦ ਕਰਕੇ ਸਾਨੂੰ ਵਾਪਸ ਭੇਜਿਆ ਜਾਵੇ, ਕਿਉਂਕਿ ਪਿੱਛੇ ਵੀ ਪੰਜਾਬ ਸਰਕਾਰ ਵੀ ਕਿਸਾਨਾਂ ਨਾਲ ਧੱਕਾ ਕਰ ਰਹੀ ਆ, ਕਿਉਂਕਿ ਨਾ ਮੰਡੀਆਂ ਦੇ ਵਿੱਚ ਬਾਰਦਾਨਾ, ਨਾ ਖਰੀਦ, ਨਾ ਕੋਈ ਪੁਖਤਾ ਪ੍ਰਬੰਧ ਪਾਣੀ ਧਾਣੀ ਦੇ। ਜਿਹੜੇ ਸਾਡੇ ਕਿਸਾਨ ਮੰਡੀਆਂ ਦੇ ਵਿੱਚ ਬੈਠੇ ਨੇ ਉਹ ਬਹੁਤ ਔਖੇ ਤੇ ਬਹੁਤ ਪਰੇਸ਼ਾਨ ਨੇ। ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਮੰਡੀਆਂ ਦੇ ਵਿੱਚ ਬਾਰਦਾਨਾ ਤੇ ਆਪਦੇ ਮੁਲਾਜ਼ਮ ਭੇਜ ਕੇ ਪਰਚੇਜ ਕਰਾ ਕੇ ਤੇ ਆਪਣੇ ਕਣਕ ਜਿਹੜੀ ਖਰੀਦ ਕਰੋ, ਨਹੀਂ ਤੇ ਹੋ ਸਕਦਾ ਦਿੱਲੀ ਵਾਲਾ ਹਾਲਾਤ ਪੰਜਾਬ ਵਿੱਚ ਨਾ ਬਣ ਜਾਣ, ਕਿਉਂਕਿ ਜਿਹੜੇ ਬਾਕੀ ਕਿਸਾਨ ਪੰਜਾਬ ਦੇ ਵਿੱਚ ਬੈਠੇ ਉਹ ਬਹੁਤ ਤਾਵਲੇ ਆ ਧਰਨਿਆਂ ਨੂੰ, ਮੁਜ਼ਾਹਰਿਆਂ ਨੂੰ। ਤੇ ਅਸੀਂ ਅਜੇ ਡੱਕੀ ਆਉਂਦੇ ਹਾਂ ਕਿ ਕਿਉਂਕਿ ਸਾਡਾ ਦਿੱਲੀ ਮੋਰਚਾ ਲੱਗਾ, ਇਸ ਲਈ ਕੈਪਟਨ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਛੇਤੀ ਤੋਂ ਛੇਤੀ ਮੰਡੀਆਂ ਦੇ ਵਿੱਚ ਆਪਦੇ ਅਫਸਰ ਘਲਾ ਕੇ ਤੇ ਖਰੀਦ ਕਰਾਈ ਜਾਵੇ ਤੇ ਕਿਸਾਨਾਂ ਨੂੰ ਘਰ ਨੂੰ ਭੇਜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਕਿਸਾਨ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜੋ ਸਾਡੇ 26 ਨਵੰਬਰ ਤੋਂ ਇੱਥੇ ਮੋਰਚੇ ਦੇ ਵਿੱਚ ਡਟੇ ਬੈਠੇ ਆ, ਉਹਨਾਂ ਤੋਂ ਸਾਡਾ ਸੰਦੇਸ਼ ਲੈਣਾ ਚਾਹੁੰਦੇ ਹਾਂ। मैं सरदार इंद्रजीत सिंह जी और नाल मैं अपने सरदार गुरदेव सिंह जी का प्रैस सकत्तर ब्लाक बलटोआ तो इन्हां दा धन्नवाद करदा कि जिन्हां ने जिवें जिवें भी संघर्ष का दौर चलिया पंजाब तो लैके और इत्थे ਸਿੰਘੂ मोर्चे तक रोज़ ड्यूटी बाई ड्यूटी आपदी निभाउंदे ने और स्टेज ते भी जाते हैं, उत्थे भी कवर करते हैं सारा कुछ, और सारा जो लेखा जोखा चलता बार्डर ते वो भी सारा कुछ कवर करते। इन्हां दा तहे दिलों धन्नवाद करदा। और लगभग पहला पंजाब वालों अपनियां मेन जथेबंदियां सी, 10 जथेबंदियां दा थड़ा चलदा सीगा, जिन्हां ने 2017 दे विच
बड़े वड्डे पैमाने ते सेंटर ਦੀਆਂ ਜਥੇਬੰਦੀਆਂ ਦਾ ਹਿੱਸਾ ਲਿਆ ਔਰ ਹਿੱਸਾ ਪਾਇਆ, ਜਿਨ੍ਹਾਂ ਵਿੱਚੋਂ ਇੱਕ ਅਸੀਂ ਆਪਣਾ ਆਗੂ ਜਿਹੜਾ ਸੀਗਾ 10 ਜਥੇਬੰਦੀਆਂ ਦਾ ਨੁਮਾਇੰਦਾ ਦਿੱਲੀ ਸੈਂਟਰ ਦੇ ਵਿੱਚ 260 ਜਥੇਬੰਦੀਆਂ ਦੇ ਵਿੱਚ ਵੀ ਦਿੱਤਾ। ਦਰਸ਼ਨਪਾਲ ਸਿੰਘ ਜੀ ਡਾਕਟਰ ਕ੍ਰਾਂਤੀਕਾਰੀ, ਔਰ 2017 ਤੋਂ ਲੈ ਕੇ 2020 ਤੱਕ ਫਸਲਾਂ ਦੇ ਲਾਹੇਵੰਦ ਭਾਵ 23 ਫਸਲਾਂ ਦਾ ਲੱਕੜਾ ਤੱਕ ਜਿਹੜਾ 260 ਜਥੇਬੰਦੀਆਂ ਲੜਦੀਆਂ ਰਹੀਆਂ, ਔਰ ਲੜਦਿਆਂ ਜੋ ਦੇਸ਼ ਦੀ ਗੁਲਾਮੀ ਵਾਸਤੇ, ਦੇਸ਼ ਨੂੰ ਗੁਲਾਮ ਕਰਨ ਵਾਸਤੇ ਨਰਿੰਦਰ ਮੋਦੀ ਨੇ 3 ਕਾਲੇ ਕਾਨੂੰਨ ਜਿਹੜੇ ਆ ਉਹ ਥੋਪ ਦਿੱਤੇ ਔਰ ਉਹ ਰਜਿਸਟ੍ਰੇਸ਼ਨ ਕਰਕੇ ਦੇ ਦਿੱਤੇ। ਨਾਲ ਚੌਥਾ ਇੱਕ ਪਰਾਲੀ ਵਾਲਾ ਕਿ ਜੇ ਮੰਡੀਕਰਨ ਜਿਹੜਾ ਵਾ ਉਹ ਖੁੱਲ੍ਹਾ ਕਰ ਦਿੱਤਾ ਜਾਂਦਾ ਔਰ ਸਰਕਾਰ ਆਪਣਾ ਜਿਹੜਾ ਪੈਰ ਪਿੱਛੇ ਖਿੱਚ ਲੈਂਦੀ ਆ ਔਰ ਪ੍ਰਾਈਵੇਟ ਵਪਾਰੀ ਜਿਹੜੇ ਧਨਾੜ ਜਿਵੇਂ ਬਿਹਾਰ ਵਰਗੇ ਸੂਬੇ ਔਰ ਬਾਕੀ ਸਾਰੀਆਂ ਸਟੇਟਾਂ ਪੰਜਾਬ ਦੇ ਵਿੱਚ ਹੈਗੀਆਂ, ਜਿਨ੍ਹਾਂ ਦੇ ਵਿੱਚ ਬਹੁਤ ਕਿਸਾਨਾਂ ਦੀ ਖਸਤਾ ਹਾਲਤ ਹੋ ਚੁੱਕੀ ਆ ਕਿ ਝੋਨਾ ਜਿਹੜਾ 900 ਰੁਪਈਏ ਤੋਂ ਲੈ ਕੇ 1000 ਰੁਪਈਏ ਤੱਕ ਵਿਕਿਆ, ਕਣਕ ਜਿਹੜੀ ਆ 1900 ਵਾਲੀ ਉਹ ਕਣਕ ਪਿਛਲੇ ਸਮਿਆਂ ਤੋਂ ਲੈ ਕੇ ਹੁਣ ਤੱਕ ਬਾਹਰਲੀਆਂ ਸਟੇਜਾਂ ਦੇ ਵਿੱਚ 900 ਰੁਪਏ ਤੋਂ 1050 ਰੁਪਈਏ ਤੱਕ ਵਿਕੀ। ਔਰ ਇੱਦਾਂ ਹੀ ਪੰਜਾਬ ਹਰਿਆਣੇ ਦੇ ਵਿੱਚ ਇੱਕ ਸੀਮਤ 2 ਫਸਲਾਂ ਦਾ MSP ਜਿਹੜੀ ਗਰੰਟੀ ਸੀ ਉਹ ਚੁੱਕ ਕੇ ਮੰਡੀਕਰਨ ਜਦੋਂ ਖੁੱਲ੍ਹਾ ਕੀਤਾ। ਔਰ ਤੁਸੀਂ ਜਾਣਦੇ ਹੋ ਕਿ ਜਦੋਂ ਮੰਡੀਕਰਨ ਖੁੱਲ੍ਹਾ ਹੋ ਗਿਆ, ਪ੍ਰਾਈਵੇਟ ਧਨਾਟ ਅਡਾਨੀ ਬਾਨੀਆਂ ਦੇ ਜਿਹੜੇ ਆ ਸੈੱਲ ਆ ਗਏ ਅਤੇ ਉਹਨਾਂ ਨੇ ਭਲੀ ਭਾਂਤ ਮੰਡੀਆਂ ਦੇ ਵਿੱਚੋਂ ਜਦੋਂ 800-900 ਰੁਪਈਏ ਨੂੰ 2000 ਵਾਲੀ ਚੀਜ਼ ਖਰੀਦੀ, ਅਤੇ ਨਾਲ ਜਿਹੜਾ ਬਿਜਲੀ ਦਾ ਇੱਕ ਵੱਡਾ ਜਿਹੜਾ ਕਾਨੂੰਨ ਲੈ ਆਂਦਾ ਉਹ ਲਿਖ ਕੇ ਦੇ ਦਿੱਤਾ ਕਿ ਹਰ ਇੱਕ ਸੂਬਾ ਜਿਹੜਾ ਹੁੰਦਾ ਉਹਦਾ ਮਾਲਕ ਹੁੰਦਾ ਜੋ ਵੀ CM ਹੁੰਦਾ ਵਾ ਸਟੇਜਾਂ ਦਾ, ਔਰ ਉਹ ਖੋਹ ਕੇ ਉਹਨਾਂ ਸੂਬਿਆਂ ਤੋਂ ਭਾਰੀ ਰੂਪ ਦੇ ਵਿੱਚ ਅਤੇ ਉਹ ਆਪਦੇ ਹੱਥ 'ਚ ਜਿਹੜਾ ਬਿਜਲੀਕਰਨ ਕਰਕੇ ਔਰ ਅਡਾਨੀਆਂ ਬਾਨੀਆਂ ਨੂੰ ਲਿਖ ਕੇ ਦੇ ਦਿੱਤਾ। ਔਰ ਜਿਹੜੇ ਕਿਸਾਨਾਂ ਨੂੰ ਬਿਜਲੀ ਟਿਊਬਲਾਂ ਦੀਆਂ ਸਬਸਿਡੀਆਂ ਮਿਲਦੀਆਂ ਜਾਂ ਗਰੀਬ ਜਨਤਾ ਨੂੰ 400 ਯੂਨਿਟ ਜਾਂ ਕਈਆਂ ਸਟੇਜਾਂ 300 ਜਾਂ 200 ਉਹ ਵੀ ਚੁੱਕੀ ਜਾਊਗੀ, ਆਰਥਿਕ ਹਾਲਤ ਬੁਰੀ ਹੋ ਜਾਊਗੀ। ਔਰ ਇਹ ਦੂਸਰਾ ਪੈਮਾਨਾ। ਤੀਸਰਾ ਪੈਮਾਨਾ ਜਿਹੜਾ ਹੈਗਾ ਕਿ ਖੇਤੀ ਠੇਕਾ ਨੀਤੀ ਵਾਲਾ, ਕਿ ਜਦੋਂ ਜ਼ਮੀਨਾਂ ਦੇ ਵਿੱਚ ਕਿਸਾਨਾਂ ਦਾ ਵਾਹ ਵਾਸਤਾ ਨਾ ਰਿਹਾ, ਲੱਕ ਟੁੱਟ ਗਿਆ ਮਹਿੰਗਾਈ ਪੱਖੋਂ, ਅਤੇ ਫਿਰ ਉਹ ਜ਼ਮੀਨਾਂ ਜਿਹੜੀਆਂ ਉਹ ਵੀ ਲਿਖ ਕੇ ਦੇ ਦਿੱਤਾ ਕਿ ਜ਼ਮੀਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀਆਂ ਜਾਣ। ਔਰ ਪ੍ਰਾਈਵੇਟ ਕੰਪਨੀਆਂ ਕੋਲ ਜਦੋਂ ਜ਼ਮੀਨਾਂ ਚਲ ਜਾਂਦੀਆਂ ਅਤੇ 25-25 ਸਾਲ 30-30 ਸਾਲ ਵਾਸਤੇ ਕੰਟਰੈਕਟ ਹੋਊਗਾ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਆ, ਆਉਣ ਵਾਲੀ ਜਿਹੜੀ ਜਨਸੰਖਿਆ ਉਹਨਾਂ ਕੋਲ ਛਡਾਉਣ ਦੀ ਪਾਵਰ ਨਹੀਂ ਰਹਿ ਜਾਏਗੀ। ਔਰ ਜੇ ਇਹਨਾਂ ਕਾਨੂੰਨਾਂ ਦੀ ਬਾਬਤ ਕੋਈ ਬੋਲੇਗਾ ਤਾਂ ਉਹਦੇ ਵਾਸਤੇ ਇੱਕ ਪਰਾਲੀ ਦਾ ਬਹੁਤ ਸਖਤ ਕਾਨੂੰਨ ਲੈ ਆਂਦਾ। ਸਾਲ ਦੇ ਵਿੱਚ ਅੱਗ ਵੀ ਸੇਕਦਾ ਹੋਵੇ 4 ਕੱਖ ਸੁੱਟ ਕੇ, ਅਤੇ ਪਿੰਡਾਂ ਦੇ ਵਿੱਚ ਪਾਰਟੀਆਂ ਬਾਜ਼ੀਆਂ ਚੱਲਦੀਆਂ ਔਰ ਉਹ ਕਿਸਾਨ 'ਤੇ ਪਰਚਾ ਦਰਜ ਕਰ ਦਿੱਤਾ ਜਾਵੇ, 5 ਸਾਲ ਕੈਦ ਨਾਲ 1 ਕਰੋੜ ਰੁਪਈਆ ਜੁਰਮਾਨਾ। ਜਦੋਂ 1 ਕਰੋੜ ਰੁਪਈਆ ਜੁਰਮਾਨਾ ਹੋ ਗਿਆ, 5 ਸਾਲ ਕੈਦ ਹੋ ਗਈ, ਉਹ ਕਿਸਾਨ ਦੀ ਜ਼ਮੀਨ ਵਿਕਣ ਤੋਂ ਬਾਅਦ ਵੀ ਉਹ ਕਿਸਾਨ ਜਿਹੜਾ ਵਾ ਉਹ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ, ਕਿਉਂਕਿ ਇੰਨਾ ਪੈਸਾ ਨਹੀਂ, ਇੰਨੀ ਪੂਰਤੀ ਨਹੀਂ ਹੈਗੀ, ਨਾ ਕੋਈ ਵੇਚਣ ਵਾਲਾ। ਔਰ DC ਦਫ਼ਤਰਾਂ ਦੇ ਮੂਹਰੇ ਵੀ ਧਰਨੇ ਆਪਣੇ ਲੱਗਦੇ ਰਹੇ। ਫਿਰ ਆਪਾਂ ਰੇਲਾਂ ਦੇ ਟਰੈਕਾਂ 'ਤੇ ਆਏ, ਉੱਥੇ ਵੀ ਕਾਫੀ ਜੱਦੋ-ਜਹਿਦ ਅੰਦੋਲਨ, ਲੰਬਾ ਅੰਦੋਲਨ ਚੱਲਿਆ ਕਿ 130 ਦਿਨ ਜਿਹੜਾ ਵਾ ਰੇਲਾਂ ਦੇ ਟਰੈਕਾਂ 'ਤੇ ਔਰ ਵੀ ਜਗ੍ਹਾਵਾਂ 'ਤੇ ਚਲਾ ਕੇ ਫਿਰ ਉਸ ਤੋਂ ਬਾਅਦ 2 ਮੀਟਿੰਗਾਂ ਆਪਣੀਆਂ ਸਰਕਾਰ ਦੇ ਨਾਲ ਨਰਿੰਦਰ ਤੋਮਰ ਔਰ ਸੰਜੇ ਅਗਰਵਾਲ ਨਾਲ ਲੱਗੀਆਂ, ਜਿਹਦਾ ਕੋਈ ਸਿੱਟਾ ਨਾ ਨਿਕਲਿਆ, ਬੇਸਿੱਟਾ ਰਿਹਾ। ਔਰ ਫਿਰ ਅਸੀਂ 26-27 ਦੀ ਜਿਹੜੀ ਕਾਲ ਸੀ ਸਾਰੇ ਦੇਸ਼ ਦੀ, ਔਰ 11ਵੇਂ ਮਹੀਨੇ ਦੀ 26-27 ਤਰੀਕ ਦਾ ਜਿਹੜਾ ਪੈਮਾਨਾ ਬਣਾ ਕੇ ਜੋ ਦਿੱਲੀ ਵੱਲ ਨੂੰ ਕੂਚ ਕੀਤਾ, ਘਰਾਂ ਦੇ ਵਿੱਚੋਂ 25 ਤਰੀਕ ਨੂੰ ਚੱਲੇ
ਔਰ ਰਸਤਿਆਂ ਦੇ ਵਿੱਚ ਬੜੀਆਂ ਔਂਕੜਾਂ ਆਈਆਂ, ਏਡੀਆਂ ਵੱਡੀਆਂ ਔਂਕੜਾਂ ਆਈਆਂ ਕਿ ਸੜਕਾਂ ਪੁੱਟ ਦਿੱਤੀਆਂ, ਬੜੇ ਬੜੇ ਪੱਥਰ ਲਾ ਦਿੱਤੇ। ਪਰ ਐਸੀ ਬਾਬੇ ਨਾਨਕ ਦੀ ਕਿਰਪਾ ਹੋਈ ਕਿ ਉਹ ਪੱਥਰ ਜਿਹੜੇ ਸੀਗੇ ਉਹ ਹਵਾ ਨੂੰ ਉੜਦੇ ਗਏ। ਜਿਵੇਂ ਬਾਬੇ ਨਾਨਕ ਨੇ ਪੰਜਾ ਲਾ ਕੇ ਪਹਾੜੀ ਨੂੰ ਡੱਕ ਲਿਆ, ਐਵੇਂ ਉਹਦੀ ਕੁਦਰਤ ਨੇ ਸਾਥ ਦਿੱਤਾ ਤਾਂ ਇੱਥੇ ਆਪਾਂ ਸਿੰਘੂ ਬਾਰਡਰ ਜਿਹੜਾ ਵਾ ਪਹੁੰਚ ਗਏ। ਬੀਲਾ ਚੀਕਾ ਬਾਰਡਰ ਦੇ ਰਾਹੀਂ ਪਹੁੰਚਦੇ ਇੱਥੇ ਪਹੁੰਚੇ, ਔਰ ਬਾਕੀ ਸਾਥੀ ਤਿਕੜੀ ਬਾਰਡਰ 'ਤੇ ਪਹੁੰਚ ਗਏ, ਕੁਝ ਸਾਥੀ ਯੂਪੀ ਵਾਲੇ ਗਾਜ਼ੀਆਬਾਦ ਬਾਰਡਰ 'ਤੇ ਪਹੁੰਚ ਗਏ। ਔਰ ਉਦੋਂ ਤੋਂ ਲੈ ਕੇ 11ਵੇਂ ਮਹੀਨੇ ਦੀ 26 ਤਰੀਕ ਤੋਂ ਇੱਥੇ ਆਪਣਾ ਅੰਦੋਲਨ ਚੱਲ ਰਿਹਾ। ਕਰੀਬ 5 ਮਹੀਨੇ ਬੀਤਣ ਵਾਲੇ, 5 ਦਿਨ ਬਾਕੀ ਰਹਿ ਗਏ ਨੇ। ਔਰ ਇਹਦੇ ਵਿੱਚ ਵੀ ਬੜੀਆਂ ਔਂਕੜਾਂ ਆਈਆਂ, ਬਹੁਤ ਸਾਜ਼ਿਸ਼ਾਂ ਰਚੀਆਂ ਔਰ ਮੀਟਿੰਗਾਂ ਲੱਗਦੀਆਂ ਰਹੀਆਂ, ਬੇਸਿੱਟਾ ਨਿਕਲਦੀਆਂ ਰਹੀਆਂ। ਆਖਰ ਸਰਕਾਰ ਜਿਹੜੀ ਆ ਝੂਠੀ ਹੋ ਕੇ ਬੁਰੀ ਤਰ੍ਹਾਂ ਮੂੰਹ ਦੀ ਉਹਨਾਂ ਨੂੰ ਖਾਣੀ ਪਈ। ਔਰ ਹੁਣ ਇਹਨਾਂ ਨੇ ਇੱਕ ਸ਼ੋਸ਼ਾ ਛੱਡਿਆ ਹੋਇਆ ਕਿ ਕਰੋਨਾ ਵਾਇਰਸ ਆ ਅਤੇ ਕਿਸਾਨਾਂ ਨੂੰ ਉੱਠ ਜਾਣਾ ਚਾਹੀਦਾ। ਮਗਰ ਸਾਡੀ ਇਹ ਦਲੀਲ ਆ, ਨਾ ਅਸੀਂ ਪਿੱਛੇ ਜਾਵਾਂਗੇ, ਨਾ ਅੱਜ ਤੱਕ ਕੋਈ ਕਿਸਾਨਾਂ ਨੂੰ ਕਰੋਨਾ ਹੋਇਆ, ਨਾ ਕੋਈ ਕਿਸਾਨ ਕਰੋਨਾ ਨਾਲ ਇੱਥੇ ਸ਼ਹੀਦ ਹੋਇਆ। ਔਰ 300-350 ਦੇ ਕਰੀਬ ਸਾਡਾ ਕਿਸਾਨ ਸ਼ਹੀਦ ਹੋ ਗਿਆ। ਸਰਕਾਰ ਅੱਜ ਤੱਕ ਵੀ ਜਿਹੜੀ ਸਾਡੇ ਨਾਲ ਰਾਜੀ ਨਹੀਂ ਗੱਲ ਕਰਨ ਵਾਸਤੇ। ਪਰ ਜਿੰਨਾ ਚਿਰ ਤੱਕ ਅਸੀਂ ਕਾਨੂੰਨ ਜਿਹੜੇ ਰੱਦ ਨਹੀਂ ਕਰਵਾਉਂਦੇ, ਅਸੀਂ ਪਿੱਛੇ ਨਹੀਂ ਹਟਾਂਗੇ। ਔਰ ਮੇਰੀ ਕੁਝ ਦਿਨਾਂ ਤੋਂ ਸਿਹਤ ਟਾਈਫਾਇਡ ਬੁਖਾਰ ਔਰ ਕੋਈ ਸੈੱਲ ਸੁੱਲ ਘੱਟ ਸੀਗੇ, ਇਹਦਾ ਕਰਕੇ ਮੈਂ ਸਟੇਜ 'ਤੇ ਨਹੀਂ ਜਾ ਰਿਹਾ। ਔਰ ਆਪਣੇ ਹੀ ਇੱਥੇ ਤੰਬੂ ਦੇ ਵਿੱਚ ਸਾਡੇ ਨਾਲ ਜਿਹੜੇ ਮੇਨ ਲੀਡਰ ਉਹ ਮੀਟਿੰਗ ਵੀ ਕਰਦੇ ਆਣ ਕੇ, ਜਿਵੇਂ ਸੁਖਦੇਵ ਸਿੰਘ ਰਾਈਆਂ ਵਾਲਾ ਸਾਡਾ ਸੂਬਾ ਕਮੇਟੀ ਦਾ ਆਗੂ ਵੀ ਆ, ਜ਼ਿਲ੍ਹਾ ਦਾ ਮੀਤ ਪ੍ਰਧਾਨ ਵੀ ਆ। ਔਰ ਬਾਬਾ ਪ੍ਰਗਟ ਸਿੰਘ ਜੀ ਇਹਨਾਂ ਦੀ ਬੜੀ ਵੱਡੀ ਦੇਣ ਆ ਕਿ ਜਿਨ੍ਹਾਂ ਨੇ ਪੂਰੇ 10 ਮਹੀਨੇ ਜਿਵੇਂ ਘਰਾਂ 'ਚੋਂ ਨਿਕਲੇ ਵਾਪਸ ਨਹੀਂ ਪੁੱਜੇ। ਪੰਜਾਬ ਦੇ ਵਿੱਚ ਵੀ ਲੰਗਰ ਦੀ ਅਹਿਮ ਰੋਲ ਨਿਭਾਇਆ ਮਖੂ ਸਟੇਸ਼ਨ 'ਤੇ, ਔਰ ਇੱਥੇ ਵੀ ਇਹਨਾਂ ਦਾ ਬੜਾ ਵੱਡਾ ਅਹਿਮ ਰੋਲ ਆ ਕਿ ਜਿਨ੍ਹਾਂ ਨੇ ਘਰ ਵਾਪਸੀ ਨਹੀਂ ਕੀਤੀ, ਸਿਰਫ 3 ਦਿਨ ਵਾਸਤੇ 10 ਮਹੀਨਿਆਂ 'ਚ ਘਰ ਵਾਪਸ ਗਏ ਆ, ਫਿਰ ਵਾਪਸ ਇੱਥੇ। ਇਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਆ। ਔਰ ਇੱਦਾਂ ਹੀ ਸਾਡੀਆਂ ਜ਼ਿੰਮੇਵਾਰੀਆਂ ਜਿਵੇਂ ਜਿਵੇਂ ਮਤਲਬ ਜਥੇਬੰਦੀ ਨੇ ਲਾਈਆਂ ਨਿਭਾ ਰਹੇ ਆ। ਔਰ ਜਿਵੇਂ ਜਿਵੇਂ ਆਪਣੇ ਪੂਰੇ ਤਰਨਤਾਰਨ ਜ਼ਿਲ੍ਹੇ ਦੀ ਜਥੇਬੰਦੀ ਦੀ ਡਿਊਟੀ ਲੱਗਦੀ ਆ ਉਹ ਪਹੁੰਚਦੀ ਆ। ਔਰ ਜਿਵੇਂ ਕੋਈ ਕਪੂਰਥਲਾ ਹੋਇਆ, ਫਿਰੋਜ਼ਪੁਰ ਹੋਇਆ, ਅੰਮ੍ਰਿਤਸਰ ਵਾਲੇ ਹੋਏ, ਉਹਨਾਂ ਦਾ ਵੀ ਖਾਸ ਅਹਿਮ ਰੋਲ ਆ। ਇੱਦਾਂ ਕਰਕੇ ਸਾਰੇ ਹੀ ਜ਼ਿਲ੍ਹਿਆਂ ਤੋਂ ਜਿੱਥੇ ਜਿੱਥੇ ਆਪਣੀ ਜਥੇਬੰਦੀ ਦਾ ਅੰਦੋਲਨ ਚੱਲ ਰਿਹਾ, ਜਿਵੇਂ ਜਿਵੇਂ ਸਮਰੱਥਾ ਵਾ ਉਹ ਆਪਣਾ ਰੋਲ ਨਿਭਾਉਣ ਡਿਆ। ਔਰ ਸਿਹਤ ਖਰਾਬ ਕਰਕੇ ਮੈਂ ਸਟੇਜ 'ਤੇ ਤਾਂ ਨਹੀਂ ਜਾਂਦਾ, ਪਰ ਮੈਂ ਧੰਨਵਾਦ ਕਰਦਾ ਸਾਰੇ ਹੀ ਜਿੰਨੇ ਵੀ ਸ਼ਮੂਲੀਅਤ ਜਥੇਬੰਦੀ ਦਾ ਕਿ ਆਪਦੀ ਵੇਤ ਤੋਂ ਵੱਧ ਕਿਸਾਨ ਜਿਹੜੇ ਆ ਉਹ ਲੜਾਈ ਲੜ ਰਹੇ ਆ। ਔਰ ਜਿੰਨਾ ਚਿਰ ਤੱਕ ਸਾਡੇ ਅੰਦੋਲਨ ਕਿਸੇ ਪਾਸੇ ਲੱਗ ਨਹੀਂ ਜਾਂਦੇ, ਉਹਨਾਂ ਚਿਰ ਤੱਕ ਅਸੀਂ ਵਾਪਸ ਨਹੀਂ ਜਾਵਾਂਗੇ। ਔਰ ਸਰਕਾਰ ਜਿਹੜੀ ਆ, ਜੇ ਇਹਨਾਂ ਨੂੰ ਕੋਈ ਫਿਕਰ ਆ ਕਿਸਾਨਾਂ ਦਾ, ਦੁਨੀਆ ਦਾ, ਹਰ ਇੱਕ ਪੱਖੋਂ ਦਾ, ਅਤੇ ਫਿਰ ਇਹਨਾਂ ਨੂੰ ਤੁਰੰਤ ਬਹਿ ਕੇ ਗੱਲਬਾਤ ਕਰ ਲੈਣੀ ਚਾਹੀਦੀ ਆ। ਔਰ ਕੋਈ ਲੇਖਾ ਜੋਖਾ ਕਰਕੇ ਕਿਸੇ ਢੰਗ ਤਰੀਕੇ ਨਾਲ ਇਹ ਗੱਲ ਕਿਸੇ ਸਿਰੇ ਲਾ ਦੇਣੀ ਚਾਹੀਦੀ ਆ। ਪਰ ਐਵੇਂ ਕੋਈ ਸ਼ੋਸ਼ਾ ਛੱਡ ਕੇ ਜਾਂ ਗੁਪਤ ਅਖਬਾਰਾਂ ਦੀਆਂ ਖਬਰਾਂ ਤੋਂ ਚੁੱਕ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਠੀਕ ਨਹੀਂ ਗਾ। ਅਤੇ ਮੈਂ ਆਪਣੇ ਪੰਜਾਬ ਵਾਸੀਆਂ ਨੂੰ, ਭਾਰਤ ਵਾਸੀਆਂ ਨੂੰ, ਦੇਸ਼ ਵਿਦੇਸ਼ ਵਾਸੀਆਂ ਦੀ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡਾ ਅਹਿਮ ਰੋਲ ਨਿਭਾਇਆ ਵਾ। ਔਰ ਪੰਜਾਬ ਵਾਸੀਆਂ ਨੂੰ ਮੈਂ ਕਹਿੰਦਾ ਵਾਂ, ਬੇਨਤੀ ਕਰਦਾ ਕਿ ਆਪਣੀ ਜਥੇਬੰਦੀ ਦੇ ਆਗੂਆਂ ਨੂੰ ਕਿ ਇਹ ਵੇਸਲੇ ਹੋਣ ਦਾ ਸਮਾਂ ਨਹੀਂ ਗਾ, ਕਿਉਂਕਿ ਵੇਸਲੇ ਹੋਈਏ ਤਾਂ ਕਈ ਨਾ ਘਾਟਾ ਖਾਈਦਾ। ਔਰ ਆਪੋ ਆਪਣੇ ਆਗੂ ਆਪਦੀਆਂ ਡਿਊਟੀਆਂ ਨਿਭਾ ਕੇ ਪਿੰਡਾਂ ਦੇ ਵਿੱਚੋਂ ਜਥੇਬੰਦੀ ਦੇ ਜਥੇ ਜਿਵੇਂ ਅੱਗੇ ਰੂਟੀਨ ਵਾਈ ਭੇਜਦੇ ਆ ਉਵੇਂ ਭੇਜਣ ਔਰ ਭੇਜਦੇ ਰਹਿਣ। ਔਰ ਆਪਣੇ ਜਿੰਨੇ ਮੇਨ ਆਗੂ ਆ ਔਰ ਸਾਰਿਆਂ ਦੀਆਂ ਵੀ ਡਿਊਟੀਆਂ ਬਣਦੀਆਂ ਔਰ ਨਿਭਾ ਵੀ ਰਹੇ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ। ਔਰ ਵੇਸਲਾਪਣ ਨਾ ਕੀਤਾ ਜਾਵੇ। ਔਰ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਪਿੰਡਾਂ ਦੇ ਵਿੱਚ ਸਰਗਰਮੀਆਂ ਕਰਕੇ ਪਿੰਡਾਂ 'ਚ ਵਿਚਰਨ ਔਰ ਵਿਚਰ ਕੇ ਜਿਵੇਂ ਇੱਥੇ ਪੂਰਾ ਜ਼ੋਰ ਸ਼ੋਰ ਦੇ ਨਾਲ ਜਿਵੇਂ ਇੱਥੇ ਅੰਦੋਲਨ ਚੱਲ ਰਿਹਾ, ਇਹਨੂੰ ਹੋਰ ਤੋਂ ਤੇਜ਼ ਕੀਤਾ ਜਾਵੇ ਤਾਂ ਕਿ ਜਦੋਂ ਪ੍ਰੈਸ਼ਰ ਹੋਵੇਗਾ ਤਾਂ ਫਿਰ ਹੀ ਜਿਹੜੀ ਸਰਕਾਰ ਝੁਕਦੀ ਆ। ਔਰ ਮੈਂ ਇਹੋ ਹੀ ਫਿਰ ਅਪੀਲ ਕਰਦਾ, ਅਸੀਂ ਤਾਂ ਆਪਣਾ ਨਿਸ਼ਾਨਾ ਸੋਧਿਆ ਹੋਇਆ। ਔਰ ਬਾਕੀ ਆਗੂ ਜਿਹੜੇ ਆ ਪਿੰਡਾਂ ਦੇ ਵਿੱਚ ਪ੍ਰਧਾਨ ਸਕੱਤਰ ਬੈਠੇ ਆ ਜਾਂ ਹੋਰ ਵੀ ਆ, ਆਪੋ ਆਪਣੇ ਰੁਝੇਵੇਂ ਵੀ ਜਿਹੜੇ ਆ ਉਹਨਾਂ ਦਾ ਵੀ ਹੱਲ ਕਰਨ। ਔਰ ਜਿਵੇਂ ਜਿਵੇਂ ਕੋਈ ਤਕਸੀਮ ਆ ਉਹਨਾਂ ਬੰਦਿਆਂ ਨੂੰ ਭੇਜਣ, ਜਦੋਂ ਵਿਹਲੇ ਹੋ ਜਾਣ ਹੋਰ ਵੱਡਾ ਹੰਬਲਾ ਮਾਰਨ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।